ਲਾਂਘੇ ਨੂੰ 2 ਸਾਲ ਹੋ ਗਏ ਖੁੱਲੇ ਨੂੰ ਔਰ 1 ਸਾਲ ਤੋਂ ਉੱਤੇ ਬੰਦ ਪਏ ਨੂੰ ਹੋ ਗਿਆ। ਸਿੱਖ ਤੇ ਲਗਾਤਾਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਅੱਗੇ ਕਰਦੇ ਆ। ਸਰਕਾਰਾਂ ਨੂੰ ਵੀ ਕਹਿੰਦੇ ਵੀ ਲਾਂਘਾ ਖੋਲ੍ਹੋ, ਬੜੀ ਮੁਸ਼ਕਲ ਦੇ ਨਾਲ ਜਿਹੜਾ ਉਹ ਸਮਾਂ ਬਣਿਆ ਸੀ। ਤਾਂ ਜਿਹੜੀ ਸਿਆਸੀ ਪਾਰਟੀ ਨੇ ਸਭ ਤੋਂ ਵੱਧ ਸਿੱਧੇ ਜਾਂ ਅਸਿੱਧੇ ਤੌਰ ਤੇ ਜ਼ੋਰ ਲਾਇਆ ਸੀ ਵੀ ਲਾਂਘਾ ਨਾ ਹੀ ਖੁੱਲੇ, ਹੁਣ ਉਹਨੇ ਮੰਗ ਕੀਤੀ ਆ ਵੀ ਲਾਂਘਾ ਖੋਲ੍ਹ ਦਿਓ। ਤੁਸੀਂ ਇਹਨੂੰ ਕਿਵੇਂ ਲੈਣਾ? ਲਾਂਘੇ ਪ੍ਰਤੀ ਨਜ਼ਰੀਆ ਇੰਡੀਅਨ ਸਟੇਟ ਦਾ ਹਮੇਸ਼ਾ ਇਹ ਰਿਹਾ ਕਿ ਇਹ ਨਾ ਖੁੱਲ੍ਹੇ, ਕਿਉਂਕਿ ਉਹਨੂੰ ਇੰਡੀਅਨ ਸਟੇਟ ਨੂੰ ਸਿੱਖਾਂ ਦੀਆਂ ਭਾਵਨਾਵਾਂ, ਉਹਨਾਂ ਦੀਆਂ ਅਰਦਾਸਾਂ, ਉਹਨਾਂ ਦੀ ਟੇਕ, ਉਹਨਾਂ ਦੇ ਜਿਹੜਾ ਆਸਥਾ ਹੈ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਪਾਕਿਸਤਾਨ ਦਾ ਇਹ ਸੀ ਅਸੀਂ ਤਿਆਰ, ਇੰਡੀਅਨ ਸਟੇਟ ਕਹਿੰਦੀ ਹੈ ਕਿ ਨਹੀਂ, ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਅਸੀਂ ਤਿਆਰ ਨਹੀਂ ਹਾਂ। ਇਹਨਾਂ ਨੂੰ ਇਹ ਖਦਸ਼ਾ ਹੈ ਕਿ ਪਾਕਿਸਤਾਨ ਲਾਂਘੇ ਰਾਹੀਂ ਪਤਾ ਨਹੀਂ ਹਿੰਦੁਸਤਾਨ ਦੇ ਵਿੱਚ ਕੀ ਭੇਜ ਦੇਗਾ। ਹਾਲਾਂਕਿ ਜੇ ਕਿਸੇ ਨੇ ਭੇਜਣਾ ਹੋਵੇ ਤਾਂ ਉਹਦੇ ਲਈ ਲਾਂਘੇ ਦੀ ਲੋੜ ਨਹੀਂ ਹੁੰਦੀ। ਪਾਰਟੀਆਂ ਕੁਝ ਵੀ ਕਹਿਣ, ਸਵਾਲ ਹੈ ਜਿੰਨੀ ਦੇਰ ਤੱਕ ਸਾਊਥ ਬਲਾਕ ਤੇ ਨਾਰਥ ਬਲਾਕ ਐਗਰੀ ਨਹੀਂ ਕਰਦਾ ਉਨੀ ਦੇਰ ਤੱਕ ਕਿਸੇ ਪਾਰਟੀ, ਚਾਹੇ CM ਚੰਨੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਪੰਥਕ ਪਾਰਟੀਆਂ ਹੋਣ, ਉਨੀ ਦੇਰ ਤੱਕ ਲਾਂਘੇ ਬਾਰੇ ਜਿਹੜਾ ਇੱਕ ਹਰੀ ਝੰਡੀ ਹੈ ਉਹ ਨਹੀਂ ਮਿਲਣੀ। ਇਹ ਜਿਹੜਾ ਲਾਂਘਾ ਹੈ ਇਹ ਰਾਸ ਨਹੀਂ ਆ ਰਿਹਾ, ਇਹ ਲਾਂਘਾ ਚੁੱਭਦਾ ਔਰ ਉਹਨਾਂ ਦੇ ਮਨਾਂ ਦੇ ਵਿੱਚ ਸਿੱਖਾਂ ਦੀ ਮੁਸਲਮਾਨਾਂ ਨਾਲ ਤੇ ਖਾਸ ਤੌਰ ਤੇ ਪਾਕਿਸਤਾਨੀ ਮੁਸਲਮਾਨਾਂ ਨਾਲ ਜਿਹੜੀ ਸਾਂਝ ਹੈ ਉਹ ਰੜਕ ਰਹੀ ਹੈ। ਤਾਂ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਸਬੰਧਾਂ 'ਚ ਕੜੱਤਣ ਆ, ਸ਼ਾਇਦ ਉਹ ਗੁਰੂ ਨਾਨਕ ਪਾਤਸ਼ਾਹ ਦੇ ਜਿਹੜਾ ਕਿ ਇਹਨਾਂ ਲਾਂਘਿਆਂ ਰਾਹੀਂ ਉਹ ਕੜੱਤਣ ਖਤਮ ਹੋ ਸਕਦੀ ਹੈ। ਉਦੋਂ 'ਚ ਤੇ ਅੱਜ 'ਚ ਕਿੰਨਾ ਕੁ ਫਰਕ ਹੈ ਕਿ ਕੁਝ ਦਿਨ ਪਹਿਲਾਂ ਹੀ BSF ਕੋਲ ਅਧਿਕਾਰ ਖੇਤਰ ਜਿਹੜਾ ਵਧਾ ਦਿੱਤਾ। ਲਾਂਘਾ ਤੇ ਖੁੱਲ੍ਹੇਗਾ, ਦੇਖੋ ਲਾਂਘੇ ਨੂੰ ਹੁਣ ਕੋਈ ਰੋਕ ਨਹੀਂ ਸਕਦਾ, ਇਹ ਤਾਂ ਇੱਕ ਰਿਐਲਿਟੀ ਹੈ। ਕਦੋਂ ਖੁੱਲ੍ਹੇਗਾ, ਕਿੰਨਾ ਟਾਈਮ ਹੋਰ ਰਹੇਗਾ, ਇਹ ਪੋਲੀਟਿਕਸ ਹੈ। ਆਪਣੀ ਛੋਟੀ ਤੋਂ ਛੋਟੀ ਉਮੰਗ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਸਾਨੂੰ ਬਾਰ-ਬਾਰ ਦਿੱਲੀ ਅੱਗੇ ਲਿਲੜੀਆਂ ਕੱਢਣੀਆਂ ਪੈਂਦੀਆਂ। ਇਹ ਗੱਲ ਸਿੱਖ ਕਿਉਂ ਨਹੀਂ ਰਿਅਲਾਈਜ਼ ਕਰਦੇ ਕਿ ਕਿਉਂ ਅਸੀਂ ਇਹਨਾਂ ਦੇ ਅੱਗੇ ਤਰਲੇ ਕੱਢਦੇ ਹਾਂ। ਸਿੱਖ ਸ਼ਕਤੀ ਜਿੰਨੀ ਦੇਰ ਤੱਕ ਇਕੱਠੀ ਕਰਕੇ ਨਹੀਂ ਨਾ ਇਸ ਪਾਸੇ ਲਾਉਂਦੇ, ਉਨੀ ਦੇਰ ਤੱਕ ਅਸੀਂ ਹਰ ਵਾਰ ਖੱਜਲ ਹੁੰਦੇ ਹਾਂ, ਤਰਲੇ ਕੱਢਦੇ ਹਾਂ ਔਰ ਜਿਹੜੀ ਸਾਡੀਆਂ ਅਚੀਵਮੈਂਟਸ ਹੁੰਦੀਆਂ ਨੇ ਉਹ ਸਾਡੀਆਂ ਬਹੁਤ ਥੋੜ੍ਹੀਆਂ ਹੁੰਦੀਆਂ ਨੇ, ਐਫਰਟ ਸਾਡੇ ਬਹੁਤ ਜ਼ਿਆਦਾ ਲੱਗਦੇ ਨੇ। ਬਹੁਤ ਸਾਰੇ ਸਿੱਖਾਂ ਦੇ ਵਿੱਚ ਬੜਾ ਚਾਅ ਸੀ, ਬੜਾ ਜਿਹੜਾ ਕਿ ਉਤਸ਼ਾਹ ਸੀ ਵੀ ਅਸੀਂ ਜਾਵਾਂਗੇ, ਉਸ ਦਰਬਾਰ ਦੇ ਦਰਸ਼ਨ ਕਰਾਂਗੇ, ਕਿਉਂਕਿ ਜੇ ਗਾਂਹ ਜਾਣਾ ਹੋਵੇ ਉਹਦੇ ਵਾਸਤੇ ਸਾਲ 'ਚ 1 ਜਾਂ 2 ਵਾਰ ਜਾਂ 3 ਵਾਰ ਹੀ ਜਥੇ ਜਾਂਦੇ ਆ। ਪਰ ਇੱਥੇ ਜਿਹੜਾ ਹੈਗਾ ਰੋਜ਼ਾਨਾ ਹੀ ਜਥੇ ਜਾਣੇ ਸੀ, ਰੋਜ਼ਾਨਾ ਹੀ ਜਥੇ ਆਉਣੇ ਸੀ। ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਬੀਤੇ ਦਿਨ ਇੱਕ ਬਿਆਨ ਦਿੱਤਾ ਹੈ ਕਿ ਲਾਂਘਾ ਖੋਲ੍ਹਿਆ ਜਾਵੇ। ਸਿੱਖਾਂ ਨੇ ਲੰਮਾ ਸਮਾਂ ਸਰਕਾਰ ਦੇ ਨਾਲ ਜਦੋਜਹਿਦ ਤੋਂ ਬਾਅਦ, ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀਆਂ ਕਰਨ ਤੋਂ ਬਾਅਦ ਲਾਂਘਾ ਖੁਲਵਾਇਆ ਸੀ। ਤਾਂ ਜਿਸ ਸਿਆਸੀ ਪਾਰਟੀ ਨੇ ਸਭ ਤੋਂ ਵੱਧ ਸਿੱਧੇ ਜਾਂ ਅਸਿੱਧੇ ਤੌਰ ਦੇ ਵਿੱਚ ਇਸ ਲਾਂਘਾ ਖੁੱਲ੍ਹਣ ਦੀ ਵਿਰੋਧਤਾ ਕੀਤੀ ਸੀ, ਅੱਜ ਉਹ ਜਿਹੜੀ ਹੈ ਉਹ ਲਾਂਘਾ ਖੋਲ੍ਹਣ ਨੂੰ ਲੈ ਕੇ ਮੰਗ ਕਰ ਰਹੀ ਹੈ। ਸਾਡੇ ਨਾਲ ਸਿੱਖ ਸਿਆਸਤ 'ਤੇ ਪਕੜ ਰੱਖਣ ਵਾਲੇ ਪੰਥਕ ਆਗੂ ਭਾਈ ਕਮਰਪਾਲ ਸਿੰਘ ਮੌਜੂਦ ਨੇ। ਅਸੀਂ ਉਹਨਾਂ ਨਾਲ ਕੁਝ ਸਮਾਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ KTV 'ਤੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮਰਪਾਲ ਸਿੰਘ ਜੀ, ਕਰਤਾਰਪੁਰ ਸਾਹਿਬ ਲਾਂਘਾ ਜਦੋਂ ਨਹੀਂ ਸੀ ਖੁੱਲ੍ਹਿਆ ਅਸੀਂ ਉਦੋਂ ਵੀ ਚਰਚਾ ਕਰਦੇ ਰਹੇ ਹਾਂ, ਜਿੱਦਣ ਖੁੱਲ੍ਹਿਆ ਸੀ ਅਸੀਂ ਉਦਣ ਵੀ ਚਰਚਾ ਕਰਦੇ ਰਹੇ ਹਾਂ, ਜਿੱਦਣ ਉਹਨੂੰ ਬੰਦ ਹੋਏ ਨੂੰ 1 ਸਾਲ ਹੋ ਗਿਆ ਸੀ ਅਸੀਂ ਉਦਣ ਵੀ ਡੇਰਾ ਬਾਬਾ ਨਾਨਕ ਬਹਿ ਕੇ ਚਰਚਾ ਕੀਤੀ, ਨਾਲੇ ਉੱਥੇ ਕੀਰਤਨ ਹੋਇਆ ਸੀ, ਅਰਦਾਸ ਬੇਨਤੀ ਕੀਤੀ ਸੀ। ਅਤੇ ਲਾਂਘੇ ਨੂੰ 2 ਸਾਲ ਹੋ ਗਏ ਆ ਖੁੱਲ੍ਹੇ ਨੂੰ ਔਰ 1 ਸਾਲ ਤੋਂ ਉੱਤੇ ਬੰਦ ਪਏ ਨੂੰ ਹੋ ਗਿਆ। ਸਿੱਖ ਤੇ ਲਗਾਤਾਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਅੱਗੇ ਕਰਦੇ ਆ। ਸਰਕਾਰਾਂ ਨੂੰ ਵੀ ਕਹਿੰਦੇ ਵੀ ਲਾਂਘਾ ਖੋਲ੍ਹੋ, ਬੜੀ ਮੁਸ਼ਕਲ ਦੇ ਨਾਲ ਜਿਹੜਾ ਉਹ ਸਮਾਂ ਬਣਿਆ ਸੀ। ਤਾਂ ਜਿਹੜੀ ਸਿਆਸੀ ਪਾਰਟੀ ਨੇ ਸਭ ਤੋਂ ਵੱਧ ਸਿੱਧੇ ਜਾਂ ਅਸਿੱਧੇ ਤੌਰ ਤੇ ਜ਼ੋਰ ਲਾਇਆ ਸੀ ਵੀ ਲਾਂਘਾ ਨਾ ਹੀ ਖੁੱਲ੍ਹੇ, ਉਹਨਾਂ ਦਾ ਉਹ 'ਚ ਕੀ ਮੰਤਵ ਸੀ, ਕੀ ਅਸੀਂ ਉਹਨਾਂ 'ਤੇ ਵੀ ਗੱਲਬਾਤ ਕਰਾਂਗੇ। ਹੁਣ ਉਹਨੇ ਮੰਗ ਕੀਤੀ ਆ ਵੀ ਲਾਂਘਾ ਖੋਲ੍ਹ ਦਿਓ। ਤੁਸੀਂ ਇਹਨੂੰ ਕਿਵੇਂ ਲੈਂਦੇ ਹੋ? ਮੇਰਾ ਇੱਕ ਨਜ਼ਰੀਆ ਇਸ ਪ੍ਰਤੀ ਇਹ ਹੈ ਕਿ ਲਾਂਘੇ ਨੂੰ ਲੈ ਕੇ ਜਿਹੜੀ ਪਾਰਟੀ ਪੋਲੀਟਿਕਸ ਹੈ ਨਾ, ਉਹ ਸੈਕੰਡਰੀ ਹੈ। ਉਹ ਆਪਣੀ ਪੋਲੀਟੀਕਲ ਕੰਸੀਡਰੇਸ਼ਨਸ ਦੇ ਅਕੋਰਡਿੰਗ ਚੇਂਜ ਹੁੰਦੀ ਰਹਿੰਦੀ ਹੈ, ਠੀਕ ਹੈ। ਔਰ ਲਾਂਘੇ ਪ੍ਰਤੀ ਜਦੋਂ ਵੀ ਅਸੀਂ ਗੱਲ ਕਰਨੀ ਹੈ ਨਾ, ਅਸੀਂ ਕਿਸੇ ਇੱਕ ਖਾਸ ਪੋਲੀਟੀਕਲ ਪਾਰਟੀ ਦੀ ਗੱਲ ਨਾ ਕਰਕੇ ਇੰਡੀਅਨ ਸਟੇਟ ਦੇ ਨਜ਼ਰੀਏ ਤੋਂ ਸਾਨੂੰ ਗੱਲ ਸਮਝਣੀ ਪਏਗੀ, ਨਾ ਕਿ BJP ਕੀ ਸੋਚਦੀ ਹੈ, ਕਾਂਗਰਸ ਕੀ ਸੋਚਦੀ ਹੈ। ਕਾਂਗਰਸ ਦੇ ਚੀਫ ਮਿਨਿਸਟਰ ਜਿਹੜੇ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਸੀ, ਉਹਨਾਂ ਨੇ ਉਹ ਲਾਂਘੇ, ਜਿਸ ਦਿਨ ਲਾਂਘਾ ਖੁੱਲ੍ਹਿਆ ਉਸ ਦਿਨ ਉਹ ਗਏ ਵੀ, PM ਮੋਦੀ ਆਏ, ਉਹਨਾਂ ਨੇ ਉਦਘਾਟਨ 'ਚ ਹਿੱਸਾ ਵੀ ਲਿਆ, ਲੇਕਿਨ ਨਾਲ ਦੇ ਨਾਲ ਉਹ ਪਾਕਿਸਤਾਨ ਦੀ ਲੀਡਰਸ਼ਿਪ ਨੂੰ ਕੋਸਦੇ ਵੀ ਰਹੇ, ਥ੍ਰੈਟਨ ਵੀ ਕਰਦੇ ਰਹੇ ਔਰ ਉਹਨਾਂ ਨੂੰ ਧਮਕੀਆਂ ਵੀ ਦਿੰਦੇ ਰਹੇ।
ਸੋ ਇਹ ਅਮਰਿੰਦਰ ਸਿੰਘ ਦੀ ਪੋਲਿਟਿਕਸ ਸੀ। ਉਹ ਬੀਜੇਪੀ ਦਾ ਜਿਹੜਾ ਨੈਰੇਟਿਵ ਹੈ ਐਂਟੀ ਮੁਸਲਿਮ ਐਂਟੀ ਪਾਕਿਸਤਾਨ ਉਹਦੇ 'ਚੋਂ ਫਿੱਟ ਹੁੰਦੇ ਸੀ। ਔਰ ਆਪਣੇ ਆਪ ਦੇਖੋ ਡਿਵੈਲਪਮੈਂਟਸ ਜਿਹੜੀਆਂ ਉੱਥੇ ਆ ਕੇ ਖੜੀਆਂ ਹੋ ਗਈਆਂ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਉਹੀ ਬੋਲੀ ਬੋਲ ਰਹੇ ਨੇ ਜਿਹੜੀ ਬੀਜੇਪੀ ਦੀ ਬੋਲੀ। ਔਰ ਹਮੇਸ਼ਾ ਹੀ ਕੇਜਰੀਵਾਲ ਅਤੇ ਅਮਰਿੰਦਰ ਸਿੰਘ ਨੇ ਨੈਸ਼ਨਲ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਹਮੇਸ਼ਾ ਇੰਡੀਅਨ ਸਟੇਟ ਦੀ ਅਤੇ ਬੀਜੇਪੀ ਦੀ ਬੋਲੀ ਬੋਲੀ ਹੈ। ਸੋ ਕਮਿੰਗ ਬੈਕ ਆਪਾਂ ਲਾਂਘੇ 'ਤੇ ਵਾਪਸ ਆਈਏ। ਲਾਂਘੇ ਪ੍ਰਤੀ ਨਜ਼ਰੀਆ ਇੰਡੀਅਨ ਸਟੇਟ ਦਾ ਹਮੇਸ਼ਾ ਇਹ ਰਿਹਾ ਕਿ ਇਹ ਨਾ ਖੁੱਲ੍ਹੇ, ਕਿਉਂਕਿ ਉਹਨੂੰ ਇੰਡੀਅਨ ਸਟੇਟ ਨੂੰ ਸਿੱਖਾਂ ਦੀਆਂ ਭਾਵਨਾਵਾਂ, ਉਹਨਾਂ ਦੀਆਂ ਅਰਦਾਸਾਂ, ਉਹਨਾਂ ਦੀ ਟੇਕ, ਉਹਨਾਂ ਦੇ ਜਿਹੜਾ ਆਸਥਾ ਹੈ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇੰਡੀਅਨ ਸਟੇਟ ਇਹ ਦੇਖਦਾ ਕਿ ਇਹ ਲਾਂਘਾ ਕਿੱਧਰ ਨੂੰ ਖੁੱਲ੍ਹਦਾ ਹੈ, ਪਾਕਿਸਤਾਨ ਨੂੰ ਖੁੱਲ੍ਹਦਾ ਹੈ। ਪਾਕਿਸਤਾਨ ਨੂੰ ਉਹ ਐਨੀਮੀ ਕੰਟਰੀ ਮੰਨਦੇ ਨੇ। ਪਾਕਿਸਤਾਨ ਪ੍ਰਤੀ ਉਹਨਾਂ ਦਾ ਨਜ਼ਰੀਆ ਜਿਹੜਾ ਉਹ ਇੱਕ ਦੁਸ਼ਮਣਾਂ ਵਾਲਾ ਹੈ। ਔਰ ਉਹਦੇ ਪ੍ਰਤੀ ਉਹਨਾਂ ਨੇ ਇੱਕ ਨੈਰੇਟਿਵ ਵੀ ਸੈੱਟ ਕਰਕੇ ਰੱਖਿਆ ਹੋਇਆ ਹਿੰਦੁਸਤਾਨੀਆਂ ਦੇ ਵਿੱਚ। ਐਂਟੀ ਪਾਕਿਸਤਾਨ ਨੈਰੇਟਿਵ, ਐਂਟੀ ਪਾਕਿਸਤਾਨ ਫੀਲਿੰਗ ਉਹਨਾਂ ਨੇ ਭਰੀ ਹੋਈ ਹੈ। ਸੋ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਜਿੰਨੀਆਂ ਵੀ ਪੋਲਿਸੀਜ਼ ਨੇ ਉਸ ਫੀਲਿੰਗ ਵਿੱਚੋਂ, ਉਸ ਇਮੋਸ਼ਨਸ 'ਚੋਂ ਨਿਕਲਦੀਆਂ ਨੇ। ਔਰ ਉਹਨਾਂ ਦਾ ਕਦੇ ਵੀ ਅਗਰ ਇੰਡੀਅਨ ਸਟੇਟ 'ਤੇ ਇਹ ਗੱਲ ਛੱਡ ਦਿੱਤੀ ਜਾਂਦੀ ਤਾਂ ਉਹ ਕਦੇ ਵੀ ਇਹ ਲਾਂਘਾ ਨਹੀਂ ਸੀ ਖੋਲ੍ਹਦੇ। ਇਹ ਲਾਂਘਾ ਕਿਵੇਂ ਖੁੱਲ੍ਹ ਗਿਆ, ਕੀ ਸਬੱਬ ਬਣੇ, ਕਿੱਦਾਂ ਪਾਕਿਸਤਾਨ ਦੇ ਇਮਰਾਨ ਖਾਨ ਜਿਹੜੇ ਪ੍ਰਾਈਮ ਮਿਨਿਸਟਰ ਬਣੇ ਸੀ ਉਹਨਾਂ ਦੀ ਗੂਗਲੀ ਦੇ ਸਾਹਮਣੇ ਇੰਡੀਅਨ ਲੀਡਰਸ਼ਿਪ ਬੋਲਡ ਹੋ ਗਈ। ਔਰ ਉਹਨਾਂ ਨੂੰ ਉਸ ਇੱਕ ਹਾਲਾਤ ਇੱਦਾਂ ਦੇ ਬਣ ਗਏ। ਚਲੋ ਆਪਾਂ ਕਹੀਏ ਲਾਂਘਾ ਖੋਲ੍ਹਿਆ ਦੋਨਾਂ ਕੰਟਰੀਜ਼ ਨੇ ਹੈ। ਅਗਰ ਇਕੱਲਾ ਪਾਕਿਸਤਾਨ ਖੋਲ੍ਹਦਾ, ਇੰਡੀਆ ਨਾ ਖੋਲ੍ਹਦਾ ਤਾਂ ਵੀ ਦਰਸ਼ਨ ਦਿਦਾਰੇ ਨਹੀਂ ਸੀ ਹੋਣੇ। ਖੋਲ੍ਹਿਆ ਦੋਨਾਂ ਨੇ ਹੈ, ਪਰ ਦੋਨਾਂ ਦੇ ਸਾਹਮਣੇ ਇੱਕ ਇਹੋ ਜਿਹੇ ਹਾਲਾਤ ਬਣ ਗਏ ਜਿਹਦੇ ਦੋਨਾਂ ਨੂੰ ਖੋਲ੍ਹਣਾ ਪਿਆ। ਸਿੱਖ ਬਹੁਤ ਲੰਮੇ ਸਮੇਂ ਤੋਂ ਅਰਦਾਸਾਂ ਕਰਦੇ ਆ। ਆਪਣੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਇਹ ਬੀੜਾ ਚੁੱਕਿਆ ਸੀ। ਅੱਜ ਉਹ ਇਸ ਸੰਸਾਰ 'ਚ ਨਹੀਂ ਰਹੇ। ਉਹਨਾਂ ਨੇ ਬਹੁਤ ਅਰਦਾਸਾਂ ਕੀਤੀਆਂ। ਹਰ ਮਹੀਨੇ ਉਹਨਾਂ ਦਾ ਜਥਾ ਜਾਂਦਾ ਸੀ ਵਿਦੇਸ਼ਾਂ ਤੋਂ। ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਭਾਵੇਂ ਉਦੋਂ ਹੋਂਦ ਵਿੱਚ ਨਹੀਂ ਸੀ ਆਈ, ਪਰ ਉਹ ਜਿਹੜੇ ਅੱਜ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਹੈ ਉਹ ਉਸ ਵੇਲੇ ਆਪਣੇ ਤੌਰ 'ਤੇ, ਯੂਕੇ ਦੇ ਸਿੱਖ ਆਪਣੇ ਤੌਰ 'ਤੇ ਪਾਕਿਸਤਾਨ ਦੀ ਲੀਡਰਸ਼ਿਪ ਨੂੰ ਮਿਲਦੇ ਰਹੇ ਆ। ਜਿਹੜੀ ਅਕਾਲੀ ਲੀਡਰਸ਼ਿਪ ਸੀ ਇਹ ਇੰਡੀਅਨ ਲੀਡਰਸ਼ਿਪ ਨੂੰ ਮਿਲਦੀ ਰਹੀ ਹੈ। ਸ਼੍ਰੋਮਣੀ ਕਮੇਟੀ ਹਰ ਆਪਣੇ ਜਿੰਨੇ ਵੀ ਇਹਨਾਂ ਦੇ ਇਜਲਾਸ ਹੁੰਦੇ ਸੀ ਉਹਨਾਂ 'ਚ ਮਤੇ ਪਾਉਂਦੇ ਰਹੇ ਆ। ਸੋ ਇਹ ਗੱਲ ਬਹੁਤ ਦੇਰ ਤੋਂ ਚੱਲਦੀ ਰਹੀ ਹੈ, ਦੋਨਾਂ ਪਾਸੇ ਚੱਲਦੀ ਰਹੀ ਹੈ। ਪਾਕਿਸਤਾਨ ਦਾ ਇਹ ਸੀ ਅਸੀਂ ਤਿਆਰ, ਇੰਡੀਅਨ ਸਟੇਟ ਕਹਿੰਦੀ ਹੈ ਕਿ ਨਹੀਂ, ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਅਸੀਂ ਤਿਆਰ ਨਹੀਂ ਹਾਂ। ਇਹਨਾਂ ਨੂੰ ਇਹ ਖਦਸ਼ਾ ਹੈ ਕਿ ਪਾਕਿਸਤਾਨ ਲਾਂਘੇ ਰਾਹੀਂ ਪਤਾ ਨਹੀਂ ਹਿੰਦੁਸਤਾਨ ਦੇ ਵਿੱਚ ਕੀ ਭੇਜ ਦੇਗਾ। ਹਾਲਾਂਕਿ ਜੇ ਕਿਸੇ ਨੇ ਭੇਜਣਾ ਹੋਵੇ ਤਾਂ ਉਹਦੇ ਲਈ ਲਾਂਘੇ ਦੀ ਲੋੜ ਨਹੀਂ ਹੁੰਦੀ। ਤੇ ਲੇਕਿਨ ਇਹਦੇ ਬਾਵਜੂਦ ਇੱਕ ਬਹਾਨਾ ਸੀ। ਠੀਕ ਹੈ, ਹੁਣ ਇਸ ਤੋਂ ਅੱਗੇ ਜਦੋਂ ਗੱਲ ਚੱਲੀ ਲਾਂਘਾ ਖੁੱਲ੍ਹ ਗਿਆ। ਸਿੱਖਾਂ ਨੇ ਮੁਬਾਰਕਾਂ ਦਿੱਤੀਆਂ, ਪਾਕਿਸਤਾਨ ਨੂੰ ਵੀ ਮੁਬਾਰਕਾਂ ਦਿੱਤੀਆਂ, ਇੰਡੀਆ ਨੂੰ ਹਰ ਇੱਕ ਨੇ ਮੁਬਾਰਕ ਵੀ ਦਿੱਤੀ, ਧੰਨਵਾਦ ਵੀ ਕੀਤਾ। ਪਰ ਨਾਲ ਦੇ ਨਾਲ ਇੰਡੀਆ ਨੂੰ ਇਹ ਗੱਲ ਜਤਾਈ ਵੀ ਕਿ ਜੇਕਰ ਅਸੀਂ ਤੁਹਾਡੇ 'ਤੇ ਗੱਲ ਛੱਡ ਦਿੰਦੇ ਤਾਂ ਸ਼ਾਇਦ ਤੁਸੀਂ ਇਹ ਲਾਂਘਾ ਨਾ ਖੋਲ੍ਹਦੇ। ਇੰਡੀਅਨ ਸਟੇਟ ਉਸ ਦਿਨ ਦੀ ਇਸ ਸ਼ਸ਼ੋਪੰਚ ਸੀ ਔਰ ਸਾਨੂੰ ਇਹ ਖਦਸ਼ਾ ਸੀ ਕਿ ਪਹਿਲਾ ਮੌਕਾ ਮਿਲਦਿਆਂ ਹੀ ਇੰਡੀਅਨ ਸਟੇਟ ਨੇ ਲਾਂਘਾ ਬੰਦ ਕਰਨਾ। ਕਿਹੜਾ ਮੌਕਾ ਇਹਨਾਂ ਨੂੰ ਮਿਲੇਗਾ, ਕਿਵੇਂ ਮਿਲੇਗਾ? ਜਿੱਦਾਂ DGP ਦਿਨਕਰ ਗੁਪਤਾ ਨੇ ਇੱਕ ਬਿਆਨ ਦੇ ਦਿੱਤਾ, ਬੇਤੁਕਾ ਜਿਹਾ ਬਿਆਨ ਸੀ, ਔਰ ਸਾਰਿਆਂ ਨੇ ਉਹਦੀ ਕ੍ਰਿਟਿਸਿਜ਼ਮ ਵੀ ਕੀਤੀ ਕਿ 24 ਘੰਟੇ ਦੇ ਵਿੱਚ ਅਗਰ ਕੋਈ ਲਾਂਘੇ ਰਾਹੀਂ ਪਾਕਿਸਤਾਨ ਜਾਵੇ ਤਾਂ ਉਹ ਇੱਕ ਟ੍ਰੇਨਡ ਟੈਰਰਿਸਟ, ਟ੍ਰੇਨਡ ਮਿਲੀਟੈਂਟ ਬਣ ਕੇ ਆ ਸਕਦਾ। ਸੋ ਇਹ ਜਿਹੜੇ ਬਿਆਨਬਾਜ਼ੀਆਂ ਸੀਗੀਆਂ ਇਹ ਇਹਨਾਂ ਦੇ ਮਾਈਂਡਸੈਟ ਨੂੰ, ਇਹਨਾਂ ਦੀ ਮਾਨਸਿਕਤਾ ਨੂੰ ਦੱਸਦੀਆਂ ਸੀਗੀਆਂ। ਸੋ ਸਾਨੂੰ ਲੱਗਦਾ ਸੀ ਕਿ ਕੋਈ ਨਾ ਕੋਈ ਬਹਾਨਾ ਬਣਾਉਣਗੇ, ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਇਹੋ ਜਿਹਾ ਮਿਸ ਐਡਵੈਂਚਰ ਕਰਨਗੇ ਜਿਹਦੇ ਨਾਲ ਲਾਂਘਾ ਬੰਦ ਕਰਨ ਲਈ ਇਹਨਾਂ ਕੋਲ ਇੱਕ ਵਾਜਬ ਜਿਹਾ ਬਹਾਨਾ ਮਿਲ ਜੇ। ਪਰ ਉਹ ਕੁਦਰਤ ਵੱਲੋਂ ਮਿਲ ਗਿਆ। ਕਰੋਨਾ ਮਹਾਂਮਾਰੀ ਆ ਗਈ। ਕਰੋਨਾ ਮਹਾਂਮਾਰੀ ਦੇ ਵਿੱਚ ਇਹਨਾਂ ਨੇ ਜਦੋਂ ਸਾਰਾ ਕੁਝ ਬੰਦ ਕੀਤਾ ਅਤੇ ਲਾਂਘਾ ਵੀ ਬੰਦ ਕਰ ਦਿੱਤਾ। ਉਸ ਤੋਂ ਬਾਅਦ ਹੁਣ ਖੁੱਲ੍ਹਿਆਂ ਹੀ ਬਹੁਤ ਦੇਰ ਹੋ ਗਈ। ਕਰੋਨਾ ਮਹਾਂਮਾਰੀ ਦੇ ਜਿੰਨੀਆਂ ਵੀ ਗਾਈਡਲਾਈਨ ਸੀ ਉਹ ਸਾਰੀਆਂ ਹੁਣ ਰਿਮੂਵ ਹੋ ਚੁੱਕੀਆਂ ਨੇ। ਪੋਲੀਟੀਕਲ ਸਰਗਰਮੀਆਂ ਉਸੇ ਤਰ੍ਹਾਂ ਪਹਿਲੇ ਵਾਂਗ ਕਾਇਮ ਨੇ, ਇਲੈਕਸ਼ਨਸ ਹੋ ਰਹੀਆਂ ਨੇ। ਜਿੰਨੇ ਵੀ ਇਹਨਾਂ ਦੇ ਮੇਲੇ ਨੇ, ਜਿੰਨੇ ਵੀ ਇਹਨਾਂ ਦੇ ਸਮਾਗਮ ਨੇ, ਚਾਹੇ ਧਾਰਮਿਕ ਨੇ ਚਾਹੇ ਕਲਚਰਲ ਨੇ, ਸਾਰੇ ਪਹਿਲੇ ਵਾਂਗ ਆਮ ਵਾਂਗ ਹੋ ਰਹੇ ਨੇ। ਹੁਣ ਕਈ ਮੁਲਕਾਂ ਤੋਂ ਫਲਾਈਟਸ ਵੀ ਦੁਬਾਰਾ ਸ਼ੁਰੂ ਹੋ ਗਈਆਂ ਨੇ।
ਪਰ ਲਾਂਘੇ ਵਾਲੇ ਪਾਸੇ ਇੰਡੀਅਨ ਸਟੇਟ ਅਜੇ ਤਿਆਰ ਨਹੀਂ ਹੈ। ਪਾਕਿਸਤਾਨ ਇਹ ਗੱਲ ਕਹਿ ਚੁੱਕਾ ਹੈ ਕਿ ਅਸੀਂ ਤਿਆਰ ਹਾਂ, ਜਿਸ ਤਰ੍ਹਾਂ ਉਹ ਪਹਿਲਾਂ ਕਹਿੰਦਾ ਸੀ। ਇੰਡੀਅਨ ਸਟੇਟ ਦੀ ਹਾਂ ਦੀ ਜ਼ਰੂਰਤ ਹੈ। ਇੰਡੀਅਨ ਸਟੇਟ ਡਿਨਾਈ ਕਰ ਰਿਹਾ। ਪਾਰਟੀਆਂ ਕੁਝ ਵੀ ਕਹਿਣ, ਸਵਾਲ ਹੈ ਜਿੰਨੀ ਦੇਰ ਤੱਕ ਸਾਊਥ ਬਲਾਕ ਅਤੇ ਨਾਰਥ ਬਲਾਕ ਐਗਰੀ ਨਹੀਂ ਕਰਦਾ, ਉਨੀ ਦੇਰ ਤੱਕ ਕਿਸੇ ਪਾਰਟੀ, ਚਾਹੇ CM ਚੰਨੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਪੰਥਕ ਪਾਰਟੀਆਂ ਹੋਣ, ਉਨੀ ਦੇਰ ਤੱਕ ਲਾਂਘੇ ਬਾਰੇ ਜਿਹੜਾ ਇੱਕ ਹਰੀ ਝੰਡੀ ਹੈ ਉਹ ਨਹੀਂ ਮਿਲਣੀ। ਹਰੀ ਝੰਡੀ ਉਸ ਦਿਨ ਮਿਲਣੀ ਹੈ ਜਿੱਦਣ ਇੰਡੀਅਨ ਸਟੇਟ ਦੇ ਜਿਹੜੇ ਡਿਸੀਜਨ ਮੇਕਰਸ ਨੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਥੱਲੇ ਜਿਹੜੇ ਕੰਮ ਕਰਦੇ ਨੇ, ਉਹ ਇਸ ਨੂੰ ਯੈਸ ਕਹਿਣਗੇ। ਸੋ ਇੰਡੀਅਨ ਸਟੇਟ ਦੀ ਜਿਹੜੀ ਮਾਨਸਿਕਤਾ ਸੀ, ਜਿਸ ਕੰਡੀਸ਼ਨਸ ਦੇ ਵਿੱਚ, ਜਿਸ ਸਰਕਮਸਟਾਂਸਿਸ ਦੇ ਵਿੱਚ ਆ ਕੇ ਉਹਨਾਂ ਨੇ ਖੋਲ੍ਹਿਆ, ਔਰ ਜਿਹੜਾ ਕੁਦਰਤ ਨੇ ਉਹਨਾਂ ਨੂੰ ਇੱਕ ਬਹਾਨਾ ਦਿੱਤਾ, ਜਿਸ ਤਰ੍ਹਾਂ ਉਹਨਾਂ ਨੇ ਬੰਦ ਕੀਤਾ, ਇਹ ਸਾਰੀਆਂ ਗੱਲਾਂ ਜਿਹੜੇ ਸਿੱਖ ਕੌਮ ਦੇ ਪਹਿਲੇ ਤੌਖਲੇ ਸੀ, ਜਿਹੜੀਆਂ ਗੱਲਾਂ ਅਸੀਂ ਬਾਰ-ਬਾਰ ਕਹਿੰਦੇ ਸੀ ਕਿ ਇੰਡੀਅਨ ਸਟੇਟ ਨੂੰ ਇਹ ਜਿਹੜਾ ਲਾਂਘਾ ਹੈ ਇਹ ਰਾਸ ਨਹੀਂ ਆ ਰਿਹਾ, ਇਹ ਲਾਂਘਾ ਚੁੱਭਦਾ, ਔਰ ਉਹਨਾਂ ਦੇ ਮਨਾਂ ਦੇ ਵਿੱਚ ਸਿੱਖਾਂ ਦੀ ਮੁਸਲਮਾਨਾਂ ਨਾਲ ਅਤੇ ਖਾਸ ਤੌਰ 'ਤੇ ਪਾਕਿਸਤਾਨੀ ਮੁਸਲਮਾਨਾਂ ਨਾਲ ਜਿਹੜੀ ਸਾਂਝ ਹੈ ਉਹ ਰੜਕ ਰਹੀ ਹੈ। ਔਰ ਉਹ ਜਿਹੜੀ ਰੜਕਦੀ ਹੈ ਨਾ ਸਾਡੀ ਸਾਂਝ, ਜਿਹੜਾ ਸਾਡਾ ਉਹਨਾਂ ਦੇ ਨਾਲ ਕਲਚਰਲ ਸਾਂਝ ਹੈ, ਜਿਹੜੀ ਸਾਡੀ ਹਿਸਟੋਰੀਕਲ ਸਾਂਝ ਹੈ, ਉਹ ਜਿਹੜੀ ਰੜਕ ਰਹੀ ਹੈ, ਇਹ ਜਿਹੜੀ ਰੜਕ ਹੈ ਉਹ ਹੁਣ ਲਾਂਘੇ ਨੂੰ ਮੁੜ ਖੋਲ੍ਹਣ ਦੇ ਵਿੱਚ ਬਾਧਾ ਬਣ ਰਹੀ ਹੈ। ਤਾਂ ਜਿਸ ਤਰ੍ਹਾਂ ਕੰਵਰਪਾਲ ਸਿੰਘ ਜੀ ਨੇ ਦੱਸਿਆ ਵੀ ਆਖਿਰ ਲਾਂਘਾ ਖੁੱਲ੍ਹਿਆ ਕਿਸ ਤਰ੍ਹਾਂ, ਔਰ ਕਿੱਦਾਂ ਦੋਨਾਂ ਮੁਲਕਾਂ ਦੀਆਂ ਜਿਹੜੀਆਂ ਉਹ ਸਰਕਾਰਾਂ ਸੀ, ਉਹ ਇੱਕ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਸੀ ਪੂਰੀ ਦੁਨੀਆ ਦੇ ਵਿੱਚ। ਇਹ ਜੈ ਜੈਕਾਰ ਵੀ ਹੋਈ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਲਾ ਹੀ ਵਰਤਾਈ ਹੈ। ਜਿਨ੍ਹਾਂ ਮੁਲਕਾਂ ਦੇ ਵਿੱਚ ਸਬੰਧ ਬਿਲਕੁਲ ਉਹ ਖਰਾਬ ਸੀ, ਤਾਂ ਲਾਂਘਾ ਖੁੱਲ੍ਹਿਆ। ਤਾਂ ਕੰਵਰਪਾਲ ਸਿੰਘ ਜੀ, ਜਦੋਂ ਲਾਂਘਾ ਨਹੀਂ ਸੀ ਖੁੱਲ੍ਹਿਆ ਉਦੋਂ ਗੱਲਬਾਤ ਕਰਦੇ ਨਹੀਂ, ਕਿਉਂਕਿ ਉਹ ਤਾਂ ਜਿੱਦਾਂ ਠੀਕ ਆ, ਹੁਣ ਸ਼ਾਇਦ 18 ਸਾਲ ਅਰਦਾਸ ਕੁਲਦੀਪ ਸਿੰਘ ਜੀ ਕਰਦੇ ਰਹੇ ਆ, ਉਹ ਦੁਨੀਆ 'ਚ ਇਸ ਵਕਤ ਨਹੀਂ ਰਹੇ। ਤਾਂ ਉਦੋਂ ਹਾਲਾਤ ਇਹ ਸੀ ਵੀ ਚਲੋ ਅਸੀਂ ਭਰੋਸਾ ਰੱਖ ਕੇ ਅਰਦਾਸ, ਜਿੱਦਾਂ ਹੁਣ ਵੀ ਅਸੀਂ ਕਹਿੰਦੇ ਵੀ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦਿਦਾਰੇ, ਪਰ ਪਤਾ ਨਹੀਂ ਮਾਲਕ ਨੇ ਕਦੋਂ ਕੋਈ ਗਿਲਾਵਰਤ ਆਉਣੀ ਅਤੇ ਉਹ ਵੀ ਸਾਨੂੰ ਇਸ ਤਰ੍ਹਾਂ ਹੀ ਹੋ ਜਾਵੇ। ਉਦੋਂ 'ਚ ਅਤੇ ਅੱਜ 'ਚ ਕਿੰਨਾ ਕੁ ਫਰਕ ਹੈ? ਕਿਉਂਕਿ ਜਦੋਂ 2019 ਦੇ ਵਿੱਚ ਲਾਂਘਾ ਖੁੱਲ੍ਹਿਆ, ਉਦੋਂ ਦੇ ਹਾਲਾਤ ਅਤੇ ਹੁਣ ਦੇ, ਜਿੱਦਾਂ ਹੁਣ ਕੁਝ ਮਹੀਨੇ ਪਹਿਲਾਂ, ਕੁਝ ਦਿਨ ਪਹਿਲਾਂ ਹੀ BSF ਕੋਲ ਅਧਿਕਾਰ ਖੇਤਰ ਜਿਹੜਾ ਵਧਾ ਦਿੱਤਾ ਗਿਆ, ਔਰ ਉਹ ਏਰੀਆ ਜਿਹੜਾ 50 ਕਿਲੋਮੀਟਰ ਦੇ ਵਿੱਚ ਪੂਰੇ ਦਾ ਪੂਰਾ ਇਲਾਕਾ ਹੀ ਗੁਰਦਾਸਪੁਰ ਦਾ ਤਾਂ ਆ ਜਾਂਦਾ ਹੈ, ਡੇਰਾ ਬਾਬਾ ਨਾਨਕ ਏਰੀਆ ਉਹ ਹੈਗਾ ਇੱਕ ਪਾਸੇ। ਇੱਕ ਪਾਸੇ ਉਦੋਂ ਬਾਅਦ ਲਗਾਤਾਰ ਜਿਹੜਾ ਭਾਰਤੀ ਸੁਰੱਖਿਆ ਏਜੰਸੀਆਂ ਕਹਿੰਦੀਆਂ ਵੀ ਕੁਛ ਉੱਧਰੋਂ ਬੰਬ ਆ ਰਹੇ ਆ, ਕੁਛ ਉੱਤੋਂ ਕੀ ਉੱਡਣ ਵਾਲੇ ਡਰੇਨ ਆ ਰਹੇ ਆ, ਇਹ ਹਾਲਾਤ ਹੈਗੇ ਆ। ਤਾਂ ਇਹਨਾਂ ਦਿਨਾਂ ਦੇ ਵਿੱਚ ਮੁੜ ਤੋਂ ਕਿਉਂਕਿ ਬੇਸ਼ੱਕ ਬਤੌਰ ਸਿਆਸੀ ਪਾਰਟੀ ਨਹੀਂ ਇਹ ਪੂਰੀ ਦੇ ਪੂਰੇ ਵੱਡੇ ਮਸਲੇ ਨੂੰ ਲੈਣਾ ਚਾਹੀਦਾ, ਪਰ ਇਹਨਾਂ ਕੋਲ ਤਾਕਤ ਹੈਗੀ ਹੈ ਕਿਉਂਕਿ ਚੋਣਾਂ ਨੇੜੇ ਆ ਅਤੇ ਚੋਣਾਂ ਦੇ ਵਿੱਚ ਇਹ ਮੁੱਦਾ ਉਭਾਰ ਰਹੇ ਆ। ਇਹਨੂੰ ਤੁਸੀਂ ਕਿਵੇਂ ਲੈਂਦੇ ਹੋ? ਲਾਂਘਾ ਤਾਂ ਖੁੱਲ੍ਹੇਗਾ, ਜਿਹੜਾ ਹੋਂਦ ਵਿੱਚ ਆ ਗਿਆ, ਬਣ ਗਿਆ, ਉਹ ਖੁੱਲ੍ਹੇਗਾ। ਇੱਕ ਹਿੱਸਾ ਥੋੜ੍ਹਾ ਜਿਹਾ ਕੰਪਲੀਟ ਨਹੀਂ ਸੀ ਹੋਇਆ ਪਾਕਿਸਤਾਨ ਵਾਲੇ ਪਾਸਿਓ, ਅਤੇ ਉਹ ਵੀ ਉਹ ਕੰਪਲੀਟ ਕਰ ਰਹੇ ਨੇ। ਲਾਂਘਾ ਤਾਂ ਖੁੱਲ੍ਹੇਗਾ। ਦੇਖੋ, ਲਾਂਘੇ ਨੂੰ ਹੁਣ ਕੋਈ ਰੋਕ ਨਹੀਂ ਸਕਦਾ, ਇਹ ਤਾਂ ਇੱਕ ਰਿਐਲਿਟੀ ਹੈ, ਠੀਕ ਹੈ। ਕਦੋਂ ਖੁੱਲ੍ਹੇਗਾ, ਕਿੰਨਾ ਟਾਈਮ ਹੋਰ ਲਏਗਾ, ਇਹ ਪੋਲੀਟਿਕਸ ਹੈ। ਦੂਜੀ ਗੱਲ ਹੈਗੀ ਹੈ ਕਿ ਇਸ ਵੇਲੇ ਜਿਹੜੀ ਸਰਕਾਰ ਹੈ ਉਹ ਇਸ ਨੂੰ ਡਿਨਾਈ ਕਰ ਰਹੀ ਹੈ, ਉਹਦੇ ਕੋਲ ਕੋਈ ਵਾਜਬ ਬਹਾਨਾ ਨਹੀਂ ਹੈ। ਸੋ ਮੈਨੂੰ ਲੱਗਦਾ ਕਿ ਬਹੁਤ ਦੇਰ ਤੱਕ ਉਹ ਇਸ ਤੋਂ ਇਨਕਾਰੀ ਵੀ ਨਹੀਂ ਹੋ ਸਕਦੇ। ਹਾਂ, ਅੱਗੇ ਚੋਣਾਂ ਹਨ, ਚੋਣਾਂ ਦੇ ਵਿੱਚ ਆ ਕੇ ਅਗਰ ਉਹਨਾਂ ਨੂੰ ਲੋੜ ਮਹਿਸੂਸ ਹੋਈ ਤਾਂ ਲਾਂਘਾ ਖੋਲ੍ਹ ਵੀ ਸਕਦੇ ਨੇ। ਪਰ ਮੈਂ ਜਿੱਥੋਂ ਤੱਕ ਮੈਂ ਮਹਿਸੂਸ ਕਰਦਾ ਕਿ ਹਾਲੇ ਲੱਗਦਾ ਹੈ ਕਿ ਸਿੱਖਾਂ ਨੂੰ ਹੋਰ ਜ਼ੋਰ ਲਾਉਣਾ ਪਏਗਾ, ਆਪਣੀ ਤਾਕਤ ਦਾ ਮੁਜ਼ਾਹਰਾ ਕਰਨਾ ਪਏਗਾ, ਆਪਣੀ ਜਿਹੜੀ ਇੱਕ ਡਿਪਲੋਮੈਟਿਕ ਅਤੇ ਪੋਲੀਟੀਕਲ ਸ਼ਕਤੀ ਹੈ ਉਹ ਵੀ ਦਿਖਾਉਣੀ ਪਏਗੀ। ਕਿਉਂਕਿ ਇੱਕ ਗੱਲ ਬੜੀ ਦੇਖੋ ਬਾਰ-ਬਾਰ ਸਾਨੂੰ ਦਰਸਾਉਣੀ ਪੈਂਦੀ ਹੈ, ਆਪਣੀ ਛੋਟੀ ਤੋਂ ਛੋਟੀ ਉਮੰਗ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਸਾਨੂੰ ਬਾਰ-ਬਾਰ ਦਿੱਲੀ ਅੱਗੇ ਲਿਲੜੀਆਂ ਕੱਢਣੀਆਂ ਪੈਂਦੀਆਂ ਨੇ। ਇਹ ਗੱਲ ਸਿੱਖ ਕਿਉਂ ਨਹੀਂ ਰਿਅਲਾਈਜ਼ ਕਰਦੇ ਕਿ ਕਿਉਂ ਅਸੀਂ ਇਹਨਾਂ ਦੇ ਅੱਗੇ ਤਰਲੇ ਕੱਢਦੇ ਹਾਂ? ਸਾਡੀ ਜਾਇਜ਼ ਇੱਛਾ ਹੁੰਦੀ ਹੈ, ਸਾਡੇ ਹੱਕ ਹੁੰਦੇ ਨੇ, ਅਸੀਂ ਆਪਣੇ ਹੱਕਾਂ ਲਈ ਵੀ ਦੇਖੋ ਇਹਨਾਂ ਦੇ ਕੋਲ ਤਰਲੇ ਕੱਢਦੇ ਹਾਂ, ਔਰ ਬਾਰ-ਬਾਰ ਫਿਰ ਉਹ ਸਾਡੇ ਕੋਲ ਤਰਲੇ ਕਢਵਾਉਂਦੇ ਨੇ। ਸੋ ਇਹ ਜਿਹੜੀ ਰਿਅਲਾਈਜ਼ੇਸ਼ਨ ਹੈ ਨਾ ਸਿੱਖਾਂ ਦੇ ਵਿੱਚ, ਇਹਦੀ ਇੱਕ ਜਿਹੜੀ ਕਮੀ ਹੈ, ਜਿਹੜੀ ਇਹ ਰਿਅਲਾਈਜ਼ੇਸ਼ਨ ਹੈ, ਇਹਦੀ ਇੱਕ ਕਮੀ ਹੈ ਇਸ ਵੇਲੇ। ਇਹ ਜਿੰਨੀ ਦੇਰ ਤੱਕ ਸਿੱਖ ਰਿਅਲਾਈਜ਼ ਨਹੀਂ ਨਾ ਕਰਦੇ, ਉਨੀ ਦੇਰ ਤੱਕ ਉਹ ਲੜ ਕੇ ਆਪਣੇ ਹੱਕ ਹਾਸਲ ਕਰਨ ਦੇ ਵਿੱਚ ਨਾਕਾਮਯਾਬ ਹੁੰਦੇ ਹੈ। ਸੋ
ਮੈਂ ਬੜਾ ਕਲੀਅਰ ਹਾਂ ਕਿ ਲਾਂਘਾ ਖੁੱਲ੍ਹੇਗਾ। ਲਾਂਘਾ ਬਹੁਤੀ ਦੇਰ ਤੱਕ ਬੰਦ ਨਹੀਂ ਰਹਿ ਸਕਦਾ ਕਿਉਂਕਿ ਇਹ ਰਿਐਲਿਟੀ ਬਣ ਚੁੱਕੀ ਹੈ, ਠੀਕ ਹੈ। ਲੇਕਿਨ ਟਾਈਮ ਲੱਗ ਸਕਦਾ ਹੈ, ਹੋਰ ਟਾਈਮ ਲੱਗ ਸਕਦਾ ਹੈ, ਪਰ ਇਹ ਟਾਈਮ ਅਸੀਂ ਆਪਣਾ ਸਿੱਖ ਸ਼ਕਤੀ ਜਿੰਨੀ ਦੇਰ ਤੱਕ ਇਕੱਠੀ ਕਰਕੇ ਨਹੀਂ ਨਾ ਇਸ ਪਾਸੇ ਲਾਉਂਦੇ, ਉਨੀ ਦੇਰ ਤੱਕ ਅਸੀਂ ਹਰ ਵਾਰ ਖੱਜਲ ਹੁੰਦੇ ਹਾਂ, ਤਰਲੇ ਕੱਢਦੇ ਹਾਂ, ਔਰ ਜਿਹੜੀ ਸਾਡੀਆਂ ਅਚੀਵਮੈਂਟਸ ਹੁੰਦੀਆਂ ਨੇ ਉਹ ਸਾਡੀਆਂ ਬਹੁਤ ਥੋੜ੍ਹੀਆਂ ਹੁੰਦੀਆਂ ਨੇ, ਐਫਰਟ ਸਾਡੇ ਬਹੁਤ ਜ਼ਿਆਦਾ ਲੱਗ ਜਾਂਦੇ ਨੇ। ਤਾਂ ਜਿੱਦਾਂ ਤੁਸੀਂ ਕਿਹਾ ਵੀ ਸਿੱਖ ਸ਼ਕਤੀ ਜਿਹੜੀ ਇਕੱਠੀ ਕਰਕੇ ਲਾਵੇ, ਸਾਡਾ ਇਹ ਛੋਟਾ ਮਸਲਾ ਨਹੀਂ ਹੈਗਾ। ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ, ਉਸ ਤੋਂ ਬਾਅਦ ਕਰੋਨਾ ਮਹਾਮਾਰੀ ਆਉਣ ਤੋਂ ਬਾਅਦ ਸਭ ਤੋਂ ਪਹਿਲੀਆਂ ਜਿਹੜੀਆਂ ਰੋਕਾਂ ਲਾਈਆਂ ਉਹਨਾਂ 'ਚ ਲਾਂਘਾ ਬੰਦ ਹੋਇਆ, ਔਰ ਹੁਣ ਤਾਂ ਜਿੱਦਾਂ ਇੱਕ ਹਫ਼ਤਾ ਪਹਿਲਾਂ ਅੰਮ੍ਰਿਤਸਰ ਸਾਹਿਬ ਤੋਂ ਵੀ ਜਿਹੜਾ ਕਿ ਲੰਡਨ ਨੂੰ ਉਡਾਨਾਂ ਚੱਲ ਪਈਆਂ ਨੇ, ਔਰ ਪਾਕਿਸਤਾਨ ਦਾ ਲਾਂਘਾ ਅਜੇ ਬੰਦ ਪਿਆ। ਇਹ ਵੀ ਗੱਲ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਵੀ ਕਈ ਵਾਰ, ਸ਼ਾਇਦ 3 ਵਾਰ ਤੋਂ ਵੱਧ, ਉਹਨਾਂ ਨੇ ਪਿਛਲੇ 1.5 ਸਾਲ ਦੇ ਵਿੱਚ ਮੰਗ ਹੀ ਕੀਤੀ ਹੈ ਵੀ ਸਰਕਾਰ ਲਾਂਘਾ ਖੋਲ੍ਹੇ। ਤਾਂ ਸਿੱਖ ਆਪਣੀ ਸ਼ਕਤੀ ਕਿੰਦੀ ਅਗਵਾਈ 'ਚ ਲਾਉਣ, ਕਿਸ ਤਰ੍ਹਾਂ ਲਾਉਣ, ਇਹਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ? ਕਿਉਂਕਿ ਨਿੱਜੀ ਤੌਰ 'ਤੇ ਹਰ ਸਿੱਖ ਦਾ ਜੀਅ ਕਰਦਾ, ਮੈਂ ਨਹੀਂ ਅਜੇ ਤੱਕ ਗਿਆ, ਮੇਰਾ ਜੀਅ ਕਰਦਾ, ਮੇਰੇ ਪਰਿਵਾਰ ਦਾ ਜੀਅ ਕਰਦਾ ਵੀ ਅਸੀਂ ਅਰਦਾਸਾਂ ਕਰਦੇ ਹੁੰਦੇ ਸੀ, ਉਸ ਦੂਰਬੀਨ ਰਾਹੀਂ ਦਿੰਦੇ ਸੀ, ਦੂਰੋਂ ਕਦੇ ਮੌਸਮ ਸਾਫ਼ ਹੁੰਦਾ ਤਾਂ ਦਿਸ ਜਾਣਾ ਗੁਰੂ ਘਰ, ਔਰ ਹੁਣ ਤਾਂ ਬੜੀ ਜੈ ਜੈਕਾਰ ਆ, ਬੜਾ ਸੋਹਣਾ ਪਾਕਿਸਤਾਨ ਸਰਕਾਰ ਨੇ ਬਣਾ ਦਿੱਤਾ, ਉਹ ਪੂਰੇ ਦਾ ਪੂਰਾ ਇਲਾਕਾ ਦਰਸ਼ਨ ਕਰੀਏ। ਬਹੁਤ ਸਾਰੇ ਸਿੱਖ ਜਿਹੜਾ ਲੋਚਦੇ ਆ, ਤਰਸਦੇ ਆ ਵੀ ਅਸੀਂ ਪਰਿਵਾਰ ਸਮੇਤ ਜਾਈਏ, ਛੁੱਟੀਆਂ 'ਚ ਕਿਤੇ ਹੋਰ ਜਾਣੇ, ਕਹਿੰਦੇ ਇੱਕ ਦਿਨ ਸ਼ਾਮ ਨੂੰ ਹੀ ਮੁੜ ਕੇ ਆ ਜਾਣਾ, ਦਰਸ਼ਨ ਤੇ ਕਰਕੇ ਆਈਏ ਸੱਚੇ ਪਾਤਸ਼ਾਹ ਨੇ ਜਿੱਥੇ ਖੇਤੀ ਕੀਤੀ ਆ। ਤਾਂ ਸਿੱਖ ਤਾਂ ਲੋਚਦੇ ਆ, ਤਾਂ ਕਿਸ ਤਰ੍ਹਾਂ ਸਿੱਖ ਜਿਹੜਾ ਹੈਗਾ ਆਪਣੀ ਸ਼ਕਤੀ ਇਕੱਠੀ ਕਰਕੇ ਸਰਕਾਰ 'ਤੇ ਜਾਂ ਭਾਰਤੀ ਹਕੂਮਤ 'ਤੇ ਪ੍ਰਭਾਵ ਸੁੱਟਣ? ਕਿਉਂਕਿ ਜਿਹੜਾ ਜਪਦਾ ਵੀ ਸ਼ਾਇਦ ਉਹ ਨਜਾਇਜ਼ ਜਿਹਾ ਹੀ ਹੁਣ ਰੋਕ ਜਾਪਦੀ ਹੈ ਵੀ ਸਭ ਕੁਝ ਤੇ ਚੱਲ ਪਿਆ, ਲੱਖਾਂ ਲੱਖਾਂ ਦੇ ਇਕੱਠ ਹੋ ਰਹੇ ਆ, ਵਿਦੇਸ਼ਾਂ 'ਚੋਂ ਲੋਕ ਆ ਵੀ ਰਹੇ ਆ, ਜਾ ਵੀ ਰਹੇ ਆ, ਪ੍ਰਧਾਨ ਮੰਤਰੀ ਖੁਦ ਵਿਦੇਸ਼ 2 ਵਾਰੀ ਜਾ ਚੁੱਕਾ ਹੈ। ਤਾਂ ਸਿੱਖ ਜਿਹੜੇ ਆ ਸਿਰਫ ਉੱਥੋਂ 6 ਕਿਲੋਮੀਟਰ ਦੂਰ ਜਾਣਾ ਹੈ, ਬੱਸ 'ਤੇ ਜਾਣਾ, ਇਕੱਲੇ ਜਾਣਾ, ਉੱਥੇ ਇਹ ਵੀ ਨਹੀਂ ਕਿਸੇ ਨੂੰ ਕਿਸੇ ਇਕੱਠ ਦੇ ਵਿੱਚ ਜਾਣਾ, ਥੋੜ੍ਹੇ ਜਿਹੇ ਲੋਕ ਹੁੰਦੇ ਆ, ਤਾਂ ਉਹਨੂੰ ਤੁਸੀਂ ਕਿਵੇਂ ਲੈਂਦੇ ਹੋ? ਦੇਖੋ, ਪ੍ਰੈਸ ਨੋਟ ਦੇ ਨਾਲ ਤੇ ਇੰਡੀਅਨ ਸਟੇਟ ਨੇ ਖੋਲ੍ਹਣਾ ਨਹੀਂ ਲਾਂਘਾ, ਚਾਹੇ ਅਕਾਲ ਤਖਤ ਦਾ ਜਥੇਦਾਰ ਹੈ, ਚਾਹੇ SGPC ਦਾ ਪ੍ਰਧਾਨ ਹੈ, ਚਾਹੇ ਮੈਂ ਆਪਣੀ ਗੱਲ ਵੀ ਕਰਾਂ, ਸਾਡੇ ਪ੍ਰੈਸ ਨੋਟ ਦਾ ਉੱਥੇ ਕੋਈ ਫਰਕ ਨਹੀਂ ਪੈਂਦਾ, ਕੋਈ ਅਸਰ ਨਹੀਂ ਹੁੰਦਾ। ਉਹ ਉਹਨਾਂ ਦੀ ਪੋਲੀਟੀਕਲ ਕੰਸਲਟੇਸ਼ਨਸ ਆਪਣੀਆਂ ਹੁੰਦੀਆਂ ਨੇ, ਕਦੋਂ ਉਹਨਾਂ ਨੇ ਕਿਸ ਵੇਲੇ ਖੋਲ੍ਹਣਾ। ਪਿਛਲੀ ਵਾਰ ਵੀ ਉਹਨਾਂ ਨੇ ਇਮਰਾਨ ਖਾਨ ਅਤੇ ਜਨਰਲ ਬਾਜਵਾ ਦੀ ਜਿਹੜੀ ਗੂਗਲੀ ਸੀ ਉਹਦੇ ਤੋਂ ਆਊਟ ਹੋ ਕੇ ਉਹਨਾਂ ਨੇ ਖੋਲ੍ਹਿਆ ਸੀ, ਨਾ ਕਿ ਸਾਡੀਆਂ ਬਾਰ-ਬਾਰ ਡਿਮਾਂਡਸ ਕਰਨ 'ਤੇ ਖੋਲ੍ਹਿਆ ਸੀ। ਹੁਣ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਲੈ ਕੇ ਸਾਰੇ ਸਿੱਖਾਂ ਨੇ ਪ੍ਰੈਸ ਨੋਟ ਦੇਣੇ ਨੇ, ਤਾਂ ਫਿਰ ਇਹਨਾਂ ਦਾ ਇੰਡੀਅਨ ਸਟੇਟ 'ਤੇ ਕੋਈ ਅਸਰ ਨਹੀਂ ਹੈਗਾ। ਤੁਹਾਨੂੰ ਉਹਨਾਂ ਨੂੰ ਥ੍ਰੈਟਨ ਕਰਨਾ ਪਏਗਾ, ਸਿੱਖ ਲੀਡਰਸ਼ਿਪ ਨੂੰ, ਤੁਹਾਨੂੰ ਉਹਨਾਂ ਦੇ ਮੁਕਾਬਲੇ 'ਤੇ ਆਪਣੀ ਗੱਲ ਵਜਨਦਾਰ ਢੰਗ ਨਾਲ ਕਹਿਣੀ ਪਏਗੀ। ਔਰ ਬਹੁਤ ਸਾਰੇ ਓਕੇਜ਼ਨਸ ਆਉਂਦੇ ਨੇ ਜਿੱਥੇ ਤੋਂ ਤੁਸੀਂ ਆਪਣੀ ਗੱਲ ਕਹਿ ਸਕਦੇ ਹੁੰਦੇ ਹੋ, ਜਦੋਂ ਤੁਸੀਂ ਉਹਨਾਂ ਨੂੰ ਮੀਟ ਕਰਦੇ ਹੋ, ਜਦੋਂ ਤੁਸੀਂ ਉਹਨਾਂ ਨਾਲ ਬੈਠਦੇ ਹੋ, ਜਾਂ ਤੁਸੀਂ ਸਪੈਸ਼ਲੀ ਵੀ ਅਗਰ ਉਹਨਾਂ ਨੂੰ ਮਿਲ ਸਕਦੇ ਹੋ, ਅਤੇ ਤੁਸੀਂ ਉਹਨਾਂ ਨੂੰ ਬੜੇ ਕਲੀਅਰਲੀ ਤੁਹਾਨੂੰ ਇਹ ਗੱਲ ਸਿੱਖ ਲੀਡਰਸ਼ਿਪ ਨੂੰ ਕਹਿਣੀ ਚਾਹੀਦੀ ਹੈ ਕਿ ਸਾਨੂੰ ਆਪਣੀ ਪ੍ਰੋਬਲਮ ਦੱਸੋ, ਲਾਂਘਾ ਕਿਉਂ ਨਹੀਂ ਖੁੱਲ੍ਹ ਰਿਹਾ। ਅਤੇ ਜੇ ਉਹ ਇਹਦੇ ਬਾਵਜੂਦ ਤੁਹਾਨੂੰ ਲੱਗਦਾ ਕਿ ਇੰਡੀਅਨ ਸਟੇਟ ਬੇਈਮਾਨ ਹੈ ਔਰ ਜਾਣ ਕੇ ਨਹੀਂ ਖੋਲ੍ਹ ਰਹੀ, ਸਾਡੀ ਜਿਹੜੀ ਮੁਸਲਮਾਨਾਂ ਨਾਲ ਜਿਹੜੀ ਸਾਂਝ ਹੈ ਉਹ ਉਹਨਾਂ ਨੂੰ ਪ੍ਰੋਬਲਮ ਹੈ, ਅਤੇ ਫਿਰ ਸਾਨੂੰ ਉਹਦਾ ਵੀ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ, ਆਪਣੀ ਗੱਲ ਕਹਿਣੀ ਚਾਹੀਦੀ ਹੈ। ਲੇਕਿਨ ਕਰੀਏ ਕਿ ਜਿਹੜੇ ਲੀਡਰਸ਼ਿਪ ਦਿੱਲੀ ਦੇ ਵਿੱਚ ਜਾਂਦੀ ਹੈ ਉਹਨਾਂ ਨੂੰ ਮਿਲਣ ਲਈ, ਉਹ ਬਾਹਰ ਨਿਕਲ ਕੇ ਮੀਡੀਆ ਸਾਹਮਣੇ ਤੇ ਕਹਿ ਦਿੰਦੇ ਨੇ ਕਿ ਲਾਂਘਾ ਖੁੱਲ੍ਹਣਾ ਚਾਹੀਦਾ ਹੈ, ਪਰ ਅੰਦਰ ਠੋਸ ਵਜਨਦਾਰ ਗੱਲ ਕਰਕੇ ਨਹੀਂ ਆਉਂਦੇ। ਔਰ ਜਿਹੜੀ ਇੱਕ ਇਹਨਾਂ ਦੀ ਇੰਡੀਅਨ ਸਟੇਟ ਦੀ ਨੈਰੇਟਿਵ ਹੈ ਐਂਟੀ ਪਾਕਿਸਤਾਨ, ਐਂਟੀ ਮੁਸਲਮਾਨ, ਉਸ ਸਾਂਚੇ ਦੇ ਵਿੱਚ ਸਾਡੀ ਬਹੁਤੀ ਲੀਡਰਸ਼ਿਪ ਫਿੱਟ ਹੋ ਜਾਂਦੀ ਜਾ ਕੇ। ਸੋ ਪ੍ਰੋਬਲਮ ਹੈਗੀ ਸਾਡੀ ਲੀਡਰਸ਼ਿਪ ਦੀ ਪ੍ਰੋਬਲਮ ਹੈ, ਨਹੀਂ ਤਾਂ ਕੋਈ ਵੀ ਐਸੀ ਵਜ੍ਹਾ ਨਹੀਂ ਹੈ ਕਿ ਪੂਰੀ ਕੌਮ ਇੱਕ ਗੱਲ ਕਹੇ ਔਰ ਇੰਡੀਅਨ ਸਟੇਟ ਉਹਨੂੰ ਡਿਨਾਈ ਕਰੇ। ਤਾਂ ਜਾਂਦੇ ਜਾਂਦੇ ਇਹ ਹੈ ਕਿ ਤੁਹਾਨੂੰ ਜਾਪਦਾ ਵੀ ਹੁਣ ਸਮਾਂ, ਕਿਉਂਕਿ ਮਹੀਨਾ ਸਵਾ ਹੀ ਰਹਿ ਗਿਆ ਇਲੈਕਸ਼ਨ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਸਿੱਖ ਵੀ ਇਹ ਸਮੇਂ ਦੀ ਚੋਣ ਕਰ ਲੈਣ, ਅਤੇ ਕਿਉਂਕਿ ਅਸੀਂ ਤਾਂ ਆਪਣੀ ਸ਼ਕਤੀ ਦਾ ਪ੍ਰਗਟਾਵਾ ਇਸੇ ਤਖਤ ਦੇ ਨਿਸ਼ਾਨ ਹੇਠ ਕਰਨਾ, ਸਾਡਾ ਆਗੂ ਅੱਗੇ ਲੱਗਣ, ਔਰ ਕਿਉਂਕਿ ਇਹਦੇ ਨਾਲ ਜਲਦੀ ਹੋ ਜੂ, ਖੁੱਲ੍ਹਣਾ ਤਾਂ ਹੈ, ਜਿਹੜੀ ਚੀਜ਼ ਬਣ ਗਈ ਖੁੱਲ੍ਹਣੀ ਆ, ਪਰ ਇਹਦੇ ਨਾਲ ਜਲਦੀ ਖੁੱਲ੍ਹ ਸਕਦਾ। ਇਹ ਬਿਲਕੁਲ, ਦੇਖੋ ਪੋਲੀਟਿਕਸ ਦੇ ਵਿੱਚ ਟਾਈਮਿੰਗ ਅਤੇ ਅਪਰਚੁਨਿਟੀ ਮੈਟਰ ਕਰਦੀਆਂ ਨੇ। ਸਮਾਂ ਅਤੇ ਜਿਹੜਾ ਮਤਲਬ ਤੁਹਾਨੂੰ ਮੌਕਾ ਮਿਲਦਾ ਹੈ, ਅਗਰ ਤੁਸੀਂ ਸਮੇਂ ਨੂੰ ਅਵੇਲ ਨਹੀਂ ਕਰਦੇ, ਮੌਕੇ ਨੂੰ ਅਵੇਲ ਨਹੀਂ ਕਰਦੇ, ਅਤੇ ਫਿਰ ਐਵੇਂ ਬਾਅਦ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਂ ਜਸਟ ਇੱਕ ਫॉर ਦ ਸੇਕ ਆਫ ਲੋਕਾਂ ਨੂੰ ਦੱਸਣ ਲਈ ਕਿ ਅਸੀਂ ਬਿਆਨ ਦਿੱਤਾ ਹੈ, ਫਿਰ ਉਹਦਾ ਕੋਈ ਅਰਥ ਨਹੀਂ ਹੁੰਦਾ। ਦੇਖੋ ਚੀਫ ਮਿਨਿਸਟਰ ਵੀ ਪਰਸੋਂ ਜਦੋਂ ਨਵਜੋਤ ਸਿੱਧੂ ਗਿਆ ਡੇਰਾ ਬਾਬਾ ਨਾਨਕ, ਉਸੇ ਵੇਲੇ CM ਨੇ ਇੱਕ ਪ੍ਰੈਸ ਨੋਟ ਜਾਰੀ ਕਰ ਦਿੱਤਾ। ਉਹਨਾਂ ਨੂੰ ਲੱਗਾ ਕਿ ਜੇ ਨਵਜੋਤ ਸਿੱਧੂ ਨੂੰ ਇਹਦੀ ਪਬਲਿਸਿਟੀ ਮਿਲ ਰਹੀ ਹੈ ਤਾਂ ਮੈਨੂੰ ਵੀ ਬਰਾਬਰ 'ਤੇ ਮਿਲ ਜਾਏ। ਪਰ ਦੋਨੋਂ ਜਿਹੜੇ ਨੇ ਦੇਵਰ ਪਲੇਇੰਗ ਵਿਦ ਦੀ ਗੈਲਰੀ, ਮਤਲਬ
ਪ੍ਰੈਸ ਨੋਟ ਦੇ ਨਾਲ ਕੀ ਹੋਏਗਾ? ਸੀਐਮ ਨੂੰ ਪਤਾ ਹੈ। ਸੀਐਮ ਕਿਉਂ ਨਹੀਂ ਫੋਨ ਚੁੱਕਦਾ ਤੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਦਾ? ਸੀਐਮ ਕਿਉਂ ਨਹੀਂ ਫੋਨ ਚੁੱਕਦਾ ਤੇ ਹੋਮ ਮਿਨਿਸਟਰ ਨਾਲ ਗੱਲ ਕਰਦਾ? ਉਹਨਾਂ ਨੂੰ ਇੱਕ ਗੱਲ, ਉਹਨਾਂ ਨੂੰ ਔਨ ਰਿਕਾਰਡ ਪੁੱਛਿਆ ਜਾਵੇ ਕਿ ਤੁਹਾਨੂੰ ਪ੍ਰੋਬਲਮ ਕੀ ਹੈ? ਤੁਹਾਨੂੰ ਸਾਡੀ ਮੁਸਲਮਾਨਾਂ ਦੇ ਨਾਲ ਦੋਸਤੀ ਪ੍ਰੋਬਲਮ ਹੈ? ਅਗਰ ਉਹ ਔਨ ਰਿਕਾਰਡ ਆ ਕੇ ਦੱਸਣ ਫਿਰ ਤਾਂ ਅਸੀਂ ਉਹਦਾ ਹੱਲ ਸੋਚੀਏ। ਜਦੋਂ ਉਹ ਤੁਸੀਂ ਪੁੱਛਦੇ ਹੀ ਨਹੀਂ ਹੋ ਉਹਨਾਂ ਨੂੰ ਤੇ ਕੇਵਲ ਇੱਕ ਪ੍ਰੈਸ ਨੋਟ ਦੇ ਦਿੰਦੇ ਹੋ, ਤੇ ਇਹਦੇ ਲਈ ਉਹਨਾਂ ਨੂੰ ਇਗਨੋਰ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ। ਔਰ ਇਹ ਜਿਹੜੀ ਲੀਡਰਸ਼ਿਪ ਹੈ, ਜਿਹੜੀ ਖਾਸ ਤੌਰ 'ਤੇ ਕਾਂਗਰਸ ਦੀ, ਬੀਜੇਪੀ ਦੀ, ਜਿਨ੍ਹਾਂ ਦੇ ਤੁਸੀਂ ਨਾਂ ਰਹੇ ਨੇ, ਅਕਾਲੀ ਦਲ, ਉਹ ਤਾਂ ਫੂਲ ਕਰ ਰਹੇ ਨੇ ਲੋਕਾਂ ਨੂੰ। ਇਸ ਤਰੀਕੇ ਦੇ ਨਾਲ ਲਾਂਘਾ ਨਹੀਂ ਖੁੱਲ੍ਹਣਾ, ਠੀਕ ਹੈ। ਲਾਂਘਾ ਜਿੱਦਾਂ ਇਮਰਾਨ ਖਾਨ ਨੇ ਖੁਲਵਾਇਆ ਸੀ ਨਾ ਇੰਡੀਅਨ ਸਟੇਟ ਨੂੰ ਕਾਰਨਰ ਕਰਕੇ, ਸਿੱਖਾਂ ਨੂੰ ਵੀ ਉੱਦਾਂ ਹੀ ਇੰਡੀਅਨ ਸਟੇਟ ਨੂੰ ਕਾਰਨਰ ਕਰਨਾ ਪਏਗਾ। ਤਾਂ ਇਹ ਨੇ ਕੰਵਰਪਾਲ ਸਿੰਘ ਜੀ, ਅਸੀਂ ਗੱਲਬਾਤ ਕਰ ਰਹੇ ਹਾਂ ਸ਼੍ਰੀ ਕਰਤਾਰਪੁਰ ਸਾਹਿਬ, ਦਰਬਾਰ ਸ਼੍ਰੀ ਕਰਤਾਰਪੁਰ ਸਾਹਿਬ, ਜਿਹਨੂੰ ਸਿੱਖ ਜਿਹੜੇ ਆ ਉਹ ਲੰਮੇ ਸਮੇਂ ਤੋਂ, ਜਦੋਂ ਦੀਆਂ ਇਹ ਹੱਦਾਂ ਸਰਹੱਦਾਂ, ਇਹ ਕੰਡਿਆਲੀਆਂ ਤਾਰਾਂ ਲਾਈਆਂ, ਗੁਰੂ ਕੇ ਸਿੱਖ ਲੋਚਦੇ ਆ ਉੱਥੇ ਖਲੋ ਕੇ, ਦੂਰਬੀਨ ਦਾ ਪ੍ਰਬੰਧ ਉਰਲੀ ਭਾਰਤੀ ਜਿਹੜਾ ਕਿ ਢਾਂਚੇ ਨੇ ਕੀਤਾ, ਉੱਥੋਂ ਵੇਖ ਲੈਂਦੇ ਸੀ। ਇੱਥੇ ਕਰਤਾਰਪੁਰ ਸਾਹਿਬ, ਜਿੱਥੇ ਗੁਰੂ ਨਾਨਕ ਮਹਾਰਾਜ ਨੇ ਖੇਤੀ ਕੀਤੀ, ਔਰ ਕਈ ਸਾਲ ਗੁਰੂ ਕੇ ਸਿੱਖ ਆ ਜਿਹੜੇ ਉਹ ਮਾਝੇ ਦੇ, ਉਹ ਅਰਦਾਸਾਂ ਬੇਨਤੀਆਂ ਕਰਦੇ ਰਹੇ। ਜਦੋਂ ਮੇਲਾ ਹੁੰਦਾ ਮਾਘ ਦੇ ਵਿੱਚ, ਉਦੋਂ ਜਿਹੜਾ ਉੱਥੇ ਸਿੱਖ ਇਕੱਠੇ ਹੋ ਕੇ ਅਰਦਾਸ ਬੇਨਤੀ ਕਰਦੇ ਆ, ਤਾਂ ਇੱਕ ਸਬੱਬ ਬਣਿਆ, ਮਾਹੌਲ ਬਣਿਆ, ਦੋਵਾਂ ਮੁਲਕਾਂ ਨੇ ਪਹਿਲ ਕੀਤੀ ਤੇ ਲਾਂਘਾ ਜਿਹੜਾ ਖੁੱਲ੍ਹ ਗਿਆ ਸੀ। ਪਰ ਕਰੋਨਾ ਮਹਾਮਾਰੀ ਤੋਂ ਬਾਅਦ ਲੱਗੀਆਂ ਰੋਕਾਂ ਕਰਕੇ ਲਾਂਘਾ ਬੰਦ ਆ। ਬਹੁਤ ਸਾਰੇ ਸਿੱਖਾਂ ਦੇ ਵਿੱਚ ਬੜਾ ਚਾਅ ਸੀ, ਬੜਾ ਜਿਹੜਾ ਕਿ ਉਤਸ਼ਾਹ ਸੀ ਵੀ ਅਸੀਂ ਜਾਵਾਂਗੇ, ਉਸ ਦਰਬਾਰ ਦੇ ਦਰਸ਼ਨ ਕਰਾਂਗੇ, ਕਿਉਂਕਿ ਜੇ ਗਾਂਹ ਜਾਣਾ ਹੋਵੇ ਉਹਦੇ ਵਾਸਤੇ ਸਾਲ 'ਚ 1 ਜਾਂ 2 ਵਾਰ ਜਾਂ 3 ਵਾਰ ਹੀ ਜਥੇ ਜਾਂਦੇ ਆ। ਪਰ ਇੱਥੇ ਜਿਹੜਾ ਹੈਗਾ ਰੋਜ਼ਾਨਾ ਹੀ ਜਥੇ ਜਾਣੇ ਸੀ, ਰੋਜ਼ਾਨਾ ਹੀ ਜਥੇ ਆਉਣੇ ਸੀ। ਔਰ ਇਹ ਲਾਂਘਾ ਖੁੱਲ੍ਹਣ ਦੇ ਨਾਲ, ਕਿਉਂਕਿ ਬਹੁਤ ਵੱਡੀ ਜਿਹੜੀ ਹੈਗੀ ਰਾਸ਼ੀ ਉੱਧਰ ਪਰਲੇ ਮੁਲਕ ਪਾਕਿਸਤਾਨ ਨੇ ਵੀ, ਉੱਧਰ ਭਾਰਤ ਨੇ ਵੀ ਪੰਜਾਬ ਦੇ ਵਿੱਚ ਲਾਈ ਆ। ਉੱਥੇ ਜਿਹੜਾ ਪੂਰੇ ਦਾ ਪੂਰਾ ਉਹ ਢਾਂਚਾ ਬਣਾਇਆ, ਟਰਮੀਨਲ ਬਣਾਇਆ, ਵੱਡੀਆਂ ਸੜਕਾਂ ਬਣਾਈਆਂ। ਉਹਦੇ ਨਾਲ ਹੋਰ ਆਸੇ-ਪਾਸੇ ਦੇ ਲੋਕਾਂ ਨੂੰ ਵੀ ਕਾਫੀ ਫਾਇਦਾ ਹੋਣ ਵਾਲਾ। ਜੇ ਲੋਕ ਆਉਣਗੇ, ਇੱਧਰ ਵਪਾਰ ਵਧੇਗਾ, ਇੱਧਰ ਹੋਟਲ ਬਣਨਗੇ, ਦੁਕਾਨਾਂ ਬਣਨਗੀਆਂ, ਤਾਂ ਫਾਇਦਾ ਕਾਫੀ ਹੈ ਜੇ ਇਸ ਪੱਖ ਤੋਂ ਵੀ ਦੇਖਿਆ ਜਾਵੇ। ਔਰ ਜੇ ਸਿੱਖਾਂ ਦੀ ਗੱਲ ਕਰੀਏ, ਉਹਨਾਂ ਨੂੰ ਵਾਸਤੇ ਤੇ ਜਿਹੜੇ ਦਰਸ਼ਨ ਹੋ ਜਾਣੇ ਉਸ ਦਰਬਾਰ ਪਾਕਿਸਤਾਨ ਜਿਹੜਾ ਸ਼੍ਰੀ ਕਰਤਾਰਪੁਰ ਸਾਹਿਬ ਦੇ, ਉਹਦੀ ਕੋਈ ਕੀਮਤ ਹੀ ਨਹੀਂ ਗੀ। ਤਾਂ ਅਸੀਂ ਵੀ ਇਹ ਆਸ ਕਰਦੇ ਹਾਂ ਵੀ ਸ਼ਾਇਦ ਜਿਹੜਾ ਕਿ ਸਿੱਖਾਂ ਦੀ ਜਿਹੜੀ ਕਿ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਪੰਥ ਦੇ ਜਿਹੜਾ ਕਿ ਆਗੂ ਭਾਈ ਹਰਪ੍ਰੀਤ ਸਿੰਘ ਜੀ, ਕਾਰਜਕਾਰੀ ਜਥੇਦਾਰ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ, ਉਹ ਭਾਰਤੀ ਹਕੂਮਤ ਨੂੰ ਜਿਹੜਾ ਕਿ ਜ਼ਰੂਰ ਕਿਸੇ ਠੋਸ ਸ਼ਬਦਾਂ ਦੇ ਨਾਲ, ਠੋਸ ਤਰੀਕੇ ਦੇ ਨਾਲ, ਕਿਸੇ ਵੱਖਰੇ ਤਰੀਕੇ ਦੇ ਨਾਲ, ਜਿਹਦੇ ਨਾਲ ਜਲਦੀ ਹੱਲ ਹੋਵੇ, ਕਿਉਂਕਿ ਚੋਣਾਂ ਦੇ ਵਿੱਚ ਉਹ ਵੀ ਮਸਲੇ ਹੱਲ ਹੋ ਰਹੇ ਜਿਹੜੇ ਪੌਣੇ 5 ਸਾਲਾਂ 'ਚ ਨਹੀਂ ਸੀ ਹੋਏ। ਤੇ ਇਹਨੂੰ ਜੇ ਬਤੌਰ ਸਿਆਸਤ ਹੀ ਲਿਆ ਜਾਵੇ, ਪਹਿਲਾਂ ਲਿਆ ਜਾਵੇ, ਤਾਂ ਮੌਕਾ ਬੜਾ ਵਧੀਆ, ਕਿਉਂਕਿ ਪੰਜਾਬ ਦੇ ਲੋਕ ਸਭ ਤੋਂ ਪਹਿਲਾਂ ਔਰ ਸਭ ਤੋਂ ਜਲਦੀ ਦਰਸ਼ਨ ਕਰਨ ਨੂੰ ਕਾਹਲੇ ਆ। ਕਈਆਂ ਨੇ ਪਿਛਲੀ ਵਾਰ ਆਨਲਾਈਨ ਰਜਿਸਟ੍ਰੇਸ਼ਨ ਕਰਾਈ ਸੀ, ਕਿਸੇ ਨੇ ਸਮਾਂ ਬੁੱਕ ਕਰਾਇਆ ਹੋਇਆ ਸੀ, ਮੈਂ ਇੰਨੀ ਤਰੀਕ ਨੂੰ ਜਾਣਾ, ਇੰਨੀ ਨੂੰ ਜਾਣਾ, ਉਹ ਸਾਰਾ ਕੁਝ ਵਿੱਚੇ ਧਰਿਆ ਰਹਿ ਗਿਆ। ਤਾਂ ਹੋਰ ਤੁਸੀਂ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਬਾਰੇ? ਸਿੱਖਾਂ 'ਚ ਬਹੁਤ ਜ਼ਿਆਦਾ ਲਾਲਸਾ, ਜਿੱਦਾਂ ਮੈਂ ਆਪਦੇ ਘਰ ਦੀ ਗੱਲ ਕੀਤੀ, ਬਜ਼ੁਰਗ ਆ ਸਾਡੇ, ਉਹ ਕਹਿੰਦੇ ਅਸੀਂ ਜਾਵਾਂਗੇ, ਚਲੋ ਨਨਕਾਣਾ ਸਾਹਿਬ ਤੇ ਨਹੀਂ ਜਾ ਸਕਦੇ, ਇੱਥੇ ਤਾਂ ਛੇਤੀ ਆ ਜਾਣਾ, ਸ਼ਾਮ ਨੂੰ ਅਸੀਂ ਮੁੜ ਆਵਾਂਗੇ, ਅਸੀਂ ਜਾਵਾਂਗੇ। ਬੜੀ ਲੰਬੀ ਚਿਰਾਂ ਤੋਂ ਸਾਡੀਆਂ ਉਮੰਗਾਂ ਸੀ, ਇਸੇ ਕਰਕੇ ਸਿੱਖ ਅਰਦਾਸ ਕਰਦੇ ਸੀ। ਸਿੱਖ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦਿਦਾਰਿਆਂ ਦੀ ਅਰਦਾਸਾਂ ਅਸੀਂ ਦੋਨੇ ਟਾਈਮ ਹਿੰਦੁਸਤਾਨ ਦੇ ਵਿੱਚ ਹਰ ਸਿੱਖ ਕਰਦਾ। ਅਸੀਂ ਕੇਵਲ ਇਹ ਨਹੀਂ ਚਾਹੁੰਦੇ ਕਿ ਇੱਧਰੋਂ ਜਿਹੜੀ ਸਿੱਖ ਸੰਗਤ ਹੈ ਉਹ ਕਰਤਾਰਪੁਰ ਸਾਹਿਬ, ਦਰਬਾਰ ਸਾਹਿਬ ਦੇ ਦਰਸ਼ਨ ਕਰੇ, ਉੱਧਰ ਦੇ ਸਿੱਖ ਵੀ ਚਾਹੁੰਦੇ ਆ ਕਿ ਸਾਨੂੰ ਵੀ ਮੌਕਾ ਦਿੱਤਾ ਜਾਵੇ, ਅਸੀਂ ਵੀ ਇੰਡੀਆ ਦੇ ਵਿੱਚ ਬਾਬਾ ਡੇਰਾ ਬਾਬਾ ਨਾਨਕ ਆ ਕੇ ਗੁਰੂ ਘਰਾਂ ਦੇ ਦਰਸ਼ਨ ਕਰੀਏ। ਇਸੇ ਤਰ੍ਹਾਂ ਨਨਕਾਣਾ ਸਾਹਿਬ ਹੈ, ਇੱਕ ਖੁੱਲ੍ਹਾ ਮਾਹੌਲ ਮਿਲਣਾ ਚਾਹੀਦਾ ਦੋਨਾਂ ਪਾਸੇ ਤੋਂ। ਜਿਹੜੇ ਯਾਤਰੂ ਨੇ, ਜਿਹੜੇ ਸ਼ਰਧਾਵਾਨ ਸਿੱਖ ਨੇ, ਇੱਧਰ ਵਾਲੇ ਉੱਧਰ ਜਾਣ, ਉੱਧਰ ਵਾਲੇ ਇੱਧਰ ਜਾਣ। ਇੱਧਰ ਇਸ ਤਰੀਕੇ ਦੇ ਨਾਲ ਮੁਹੱਬਤਾਂ ਵੱਧਦੀਆਂ ਨੇ, ਇਸ ਤਰ੍ਹਾਂ ਸਾਂਝਾਂ ਵੱਧਦੀਆਂ ਨੇ। ਪਰ ਹੁਣ ਇੱਕ ਤੀਜੀ ਧਿਰ ਜਿਹੜੀ ਦਿੱਲੀ ਬੈਠੀ, ਉਹ ਸਾਡੀ ਸਾਂਝ ਤੋਂ ਹੀ ਡਰੀ ਜਾਵੇ, ਉਹਨੂੰ ਸਾਡੀ ਸਾਂਝ ਹੀ ਡਰਾਈ ਜਾਵੇ, ਤੇ ਇਹ ਇੱਕ ਬੜੀ ਮੰਦਭਾਗੀ ਗੱਲ ਹੈ। ਉਹਨਾਂ ਨੂੰ, ਆਪਣੇ ਦਿੱਲੀ ਵਾਲਿਆਂ ਨੂੰ, ਆਪਣੇ ਦਿਲ ਤੇ ਦਿਮਾਗ ਦੇ ਦਰਵਾਜ਼ੇ ਖੋਲ੍ਹਣੇ ਚਾਹੀਦੇ ਨੇ। ਇਹ ਸਾਂਝ ਬੜੀ ਪੁਰਾਣੀ ਸਾਂਝ ਹੈ, ਔਰ ਇਹ ਸਾਂਝ ਤੋਂ ਉਹਨਾਂ ਨੂੰ ਨਹੀਂ ਡਰਨਾ ਚਾਹੀਦਾ। ਇਹ ਸਾਂਝ ਜਿਹੜੀ ਹੈ, ਇਹ ਮੁਹੱਬਤਾਂ ਦੀ ਸਾਂਝ ਹੈ। ਹੋ ਸਕਦਾ ਹੈ ਕਿ ਇਹਨਾਂ ਦੋਨਾਂ ਪਾਸਿਆਂ ਦੀ ਜਿਹੜੀ ਸਾਂਝ ਹੈ, ਇਹਦੀ ਮੁਹੱਬਤ ਇੰਨੀ ਵੱਧ ਜਾਵੇ, ਇਹ ਆਪਸ ਵਿੱਚ ਪਿਆਰ, ਸਾਂਝ ਇੰਨੀ ਵੱਧ ਜਾਵੇ ਕਿ ਇਹਦੇ ਨਾਲ ਦੋਨਾਂ ਮੁਲਕਾਂ ਦਾ ਵੀ ਸ਼ਾਇਦ ਆਪਸ ਵਿੱਚ ਜਿਹੜੀ ਦੁਸ਼ਮਣੀ ਖਤਮ ਹੋ ਜਾਏ, ਔਰ ਦੋਨਾਂ ਮੁਲਕਾਂ ਦਾ ਮਾਹੌਲ ਸੁਖਾਵਾਂ ਹੋ ਜਾਏ।
ਤਾਂ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਸਬੰਧਾਂ 'ਚ ਕੁੜੱਤਣ ਆ, ਸ਼ਾਇਦ ਉਹ ਗੁਰੂ ਨਾਨਕ ਪਾਤਸ਼ਾਹ ਦੇ ਜਿਹੜਾ ਕਿ ਇਹਨਾਂ ਲਾਂਘਿਆਂ ਰਾਹੀਂ ਉਹ ਕੁੜੱਤਣ ਖਤਮ ਹੋ ਸਕਦੀ ਹੈ। ਸੱਚੇ ਪਾਤਸ਼ਾਹ ਦੇ ਇਸ ਰਾਹ ਤੇ ਤੁਰ ਕੇ ਉਹ ਜਿਹੜੀ ਕੁੜੱਤਣ ਖਤਮ ਹੋ ਸਕਦੀ ਹੈ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਮਾਂ ਕੱਢਿਆ ਜੀ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।